ਵੈਲਕਮ ਇਨ ਦੀ ਕਲਾਸ। ਅੱਜ ਆਪਣਾ ਸੈਕੰਡ ਯੂਨਿਟ ਉਹ ਸ਼ੁਰੂ ਕਰਾਂਗੇ ਤੇ ਇਹਦੇ ਵਿੱਚ ਆਪਣੇ ਕੀ ਦੋ ਚੈਪਟਰ ਨੇ। ਯੂਨਿਟ ਆਪਣੀ ਹੈਗੀ ਆ ਕਰੰਟ ਇਲੈਕਟ੍ਰਿਸਿਟੀ ਤੇ ਫਸਟ ਚੈਪਟਰ ਆਪਣਾ ਹੈਗਾ ਇਲੈਕਟ੍ਰਿਕ ਕਰੰਟ ਰੈਜ਼ਿਸਟੈਂਸ ਐਂਡ ਈਐਮਐਫ। ਸੈਕੰਡ ਚੈਪਟਰ ਆਪਣਾ ਇਲੈਕਟ੍ਰੀਕਲ ਮੈਜਰਮੈਂਟਸ। ਤਾਂ ਆਪਣਾ ਫਸਟ ਚੈਪਟਰ ਇਹਦੇ ਵਿੱਚ ਹੈਗਾ ਇਲੈਕਟ੍ਰਿਕ ਕਰੰਟ ਰੈਜ਼ਿਸਟੈਂਸ ਐਂਡ ਈਐਮਐਫ ਦਾ ਫਸਟ ਟੌਪਿਕ ਇਲੈਕਟ੍ਰਿਕ ਕਰੰਟ। ਤਾਂ ਹੁਣ ਆਪਣੇ ਕੋਲ ਕੀ ਆ ਕਿ ਪਹਿਲਾਂ ਤਾਂ ਡਿਫਾਈਨ ਕਰਨਾ ਕਿ ਕਰੰਟ ਹੁੰਦਾ ਕੀ। ਹੁਣ ਜਿਵੇਂ ਆਪਾਂ ਨੂੰ ਪਤਾ ਕਿ ਕਿਸੇ ਵੀ ਵਾਇਰ ਦੇ ਵਿੱਚੋਂ ਜੇ ਆਪਾਂ ਕਰੰਟ ਪਾਸ ਕਰ ਰਹੇ ਹਾਂ ਮਤਲਬ ਉਹਦੇ ਵਿੱਚੋਂ ਚਾਰਜ ਨੇ ਫਲੋ ਕਰਨਾ ਸ਼ੁਰੂ ਕੀਤਾ ਤੇ ਚਾਰਜ ਕਿੰਨੇ ਟਾਈਮ ਦੇ ਵਿੱਚ ਪਾਸ ਹੋ ਰਿਹਾ। ਤਾਂ ਚਾਰਜ ਪਰ ਯੂਨਿਟ ਟਾਈਮ ਆਪਣੇ ਕੋਲ ਕੀ ਹੁੰਦਾ ਹੈ ਕਰੰਟ। ਤੇ ਕਰੰਟ ਨੂੰ ਆਪਾਂ ਡਿਨੋਟ ਕਰਦੇ ਹਾਂ ਆਈ ਦੇ ਨਾਲ। ਤਾਂ ਚਾਰਜ ਜਿੰਨਾ ਵੀ ਉਹਦੇ ਵਿੱਚੋਂ ਫਲੋ ਕਰ ਰਿਹਾ ਸੀ ਚਾਰਜ ਨੂੰ ਆਪਾਂ ਹਮੇਸ਼ਾ ਹੀ ਰਿਪਰੈਜ਼ੈਂਟ ਕਰਦੇ ਹਾਂ ਕਿਊ ਦੇ ਨਾਲ। ਕਿੰਨੇ ਟਾਈਮ ਦੇ ਵਿੱਚ ਪਾਸ ਹੋਇਆ ਟੀ। ਤਾਂ ਇਸੇ ਕਰਕੇ ਕਰੰਟ ਕੀ ਦਾ ਇਕੁਅਲ ਹੋ ਗਿਆ ਚਾਰਜ ਪਰ ਯੂਨਿਟ ਟਾਈਮ ਮਤਲਬ ਕਿਊ ਅਪੋਨ ਟੀ। ਬਟ ਜੇ ਹੁਣ ਆਪਾਂ ਕਹਿ ਕੇ ਚੱਲੀਏ ਕਿ ਆਪਣੇ ਕੋਲ ਕੋਈ ਛੋਟੀ ਵਾਇਰ ਦਿੱਤੀ ਹੋਈ ਤਾਂ ਉਹਦੇ ਵਿੱਚ ਕੀ ਆ ਕਿ ਜਾਂ ਆਪਾਂ ਲੈਂਥ ਘੱਟ ਕਰ ਸਕਦੇ ਹਾਂ ਜਾਂ ਵਾਇਰ ਦੇ ਵਿੱਚੋਂ ਆਪਾਂ ਕਹਿ ਸਕਦੇ ਹਾਂ ਕਿ ਘੱਟ ਅਮਾਊਂਟ ਦੇ ਵਿੱਚ ਕਰੰਟ ਪਾਸ ਕੀਤਾ ਹੋਇਆ। ਤੇ ਜੇ ਆਪਾਂ ਘੱਟ ਅਮਾਊਂਟ ਦੇ ਵਿੱਚ ਕਰੰਟ ਪਾਸ ਕਰ ਰਹੇ ਹਾਂ ਤਾਂ ਉਹਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ ਡੀ ਕਿਊ ਦੇ ਨਾਲ ਇਨ ਸਮਾਲ ਟਾਈਮ ਡੀ ਟੀ। ਤਾਂ ਇੱਥੋਂ ਫਿਰ ਆਈ ਦੀ ਵੈਲਿਊ ਆਪਣੇ ਕੋਲ ਕੀ ਆ ਜਾਊਗੀ ਡੀ ਕਿਊ ਅਪੋਨ ਡੀ ਟੀ। ਹੁਣ ਆਪਣੇ ਕੋਲ ਕੀ ਆ ਜੇ ਹੁਣ ਆਪਣਾ ਗੱਲ ਕਰ ਰਹੇ ਹਾਂ ਕਿ ਕਿਸੇ ਵੀ ਵਾਇਰ ਦੇ ਵਿੱਚ ਆਪਣੇ ਕੋਲ ਇਲੈਕਟ੍ਰੋਨਸ ਨੇ ਹੀ ਫਲੋ ਕਰਨਾ। ਹੁਣ ਇਲੈਕਟ੍ਰੋਨਸ ਕਿੰਨੇ ਪਾਸ ਕਰ ਰਹੇ ਨੇ ਉਹਦੇ ਵਿੱਚੋਂ ਤਾਂ ਆਪਾਂ ਸਪੋਜ਼ ਕਰਕੇ ਚੱਲਦੇ ਹਾਂ ਕਿ ਆਪਣੇ ਕੋਲ ਐਨ ਕੈਰੀਅਰਸ ਨੇ ਇਲੈਕਟ੍ਰਿਸਿਟੀ ਦੇ ਜਿਹੜੇ ਉਹਦੇ ਵਿੱਚੋਂ ਫਲੋ ਕਰ ਰਿਹਾ। ਹਰੇਕ ਦੇ ਉੱਪਰ ਚਾਰਜ ਕਿੰਨਾ ਹੈ ਈ। ਤਾਂ ਆਪਣੇ ਕੋਲ ਕਿਊ ਕਿਹਦੇ ਇਕੁਅਲ ਹੋ ਜਾਊਗਾ ਐਨ ਇੰਟੂ ਈ। ਤਾਂ ਵੈਲਿਊ ਪੁੱਟ ਕਰ ਦਿਓ। ਹੁਣ ਆਈ ਇਜ਼ ਇਕੁਅਲ ਟੂ ਇੱਥੇ ਸੀਗਾ ਕਿਊ ਅਪੋਨ ਟੀ ਤਾਂ ਵੈਲਿਊ ਪੁੱਟ ਕੀਤੇ ਤਾਂ ਕੀ ਹੋ ਜਾਊਗਾ ਐਨ ਈ ਅਪੋਨ ਟੀ। ਤਾਂ ਹੁਣ ਆਪਣੇ ਕੋਲ ਕੀ ਆ ਜਿੱਧਰ ਜਿਹੜੀ ਵੀ ਡਾਇਰੈਕਸ਼ਨ ਦੇ ਵਿੱਚ ਪੋਜ਼ੀਟਿਵ ਚਾਰਜ ਨੇ ਫਲੋ ਕਰਨਾ ਤਾਂ ਉਸ ਡਾਇਰੈਕਸ਼ਨ ਦੇ ਵਿੱਚ ਜਦੋਂ ਚਾਰਜ ਨੇ ਫਲੋ ਕਰਨਾ ਸ਼ੁਰੂ ਕੀਤਾ ਤਾਂ ਉੱਥੋਂ ਆਪਾਂ ਨੂੰ ਡਾਇਰੈਕਸ਼ਨ ਪਤਾ ਲੱਗਦੀ ਹੈ ਕਿ ਕਨਵੈਂਸ਼ਨਲ ਕਰੰਟ ਕਿਹੜੀ ਡਾਇਰੈਕਸ਼ਨ ਦੇ ਵਿੱਚ ਪਾਸ ਹੋ ਰਿਹਾ। ਬਟ ਜੇ ਹੁਣ ਆਪਾਂ ਮੈਟੈਲਿਕ ਕੰਡਕਟਰਸ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਵਿੱਚ ਕੀ ਇਲੈਕਟ੍ਰੋਨਸ ਫ੍ਰੀ ਪਏ ਹੁੰਦੇ ਆ। ਤਾਂ ਇਲੈਕਟ੍ਰੋਨਸ ਫ੍ਰੀ ਪਏ ਹੋਣ ਦੇ ਕਾਰਨ ਹੀ ਉਹ ਕੀ ਕਰਦੇ ਨੇ ਇੱਕ ਐਂਡ ਤੋਂ ਦੂਜੇ ਐਂਡ ਦੇ ਵੱਲ ਮੂਵ ਕਰਨਾ ਸ਼ੁਰੂ ਕਰਦੇ ਆ। ਹੁਣ ਇਸੇ ਤਰ੍ਹਾਂ ਜੇ ਫ੍ਰੀ ਇਲੈਕਟ੍ਰੋਨਸ ਨੇ ਮੂਵ ਕਰਨਾ ਸ਼ੁਰੂ ਕਰ ਦਿੱਤਾ ਤਾਂ ਆਪਣੇ ਕੋਲ ਕੀ ਆ ਜਾਊਗਾ ਇਲੈਕਟ੍ਰਿਕ ਕਰੰਟ। ਤਾਂ ਇਸੇ ਕਰਕੇ ਜਿਹੜਾ ਆਪਣੇ ਕੋਲ ਇਲੈਕਟ੍ਰੋਨਿਕ ਕਰੰਟ ਜਿਹੜਾ ਇਲੈਕਟ੍ਰੋਨਸ ਦੇ ਪਾਸ ਹੋਣ ਕਰਕੇ ਆ ਰਿਹਾ ਹੈ ਉਹਦੀ ਡਾਇਰੈਕਸ਼ਨ ਆਪੋਜ਼ਿਟ ਹੋਊਗੀ ਕਨਵੈਂਸ਼ਨਲ ਕਰੰਟ ਦੇ ਨਾਲੋਂ। ਹੁਣ ਨੈਕਸਟ ਆਪਣੇ ਕੋਲ ਇੱਕ ਹੋਰ ਇੰਪੋਰਟੈਂਟ ਪੁਆਇੰਟ ਆ ਕਿ ਆਪਣੇ ਕੋਲ ਇਲੈਕਟ੍ਰਿਕ ਕਰੰਟ ਦੀ ਆਪਾਂ ਨੂੰ ਡਾਇਰੈਕਸ਼ਨ ਪਤਾ ਹੈ ਕਿ ਕਿੱਧਰ ਨੂੰ ਉਹਨੇ ਫਲੋ ਕਰਨਾ ਸ਼ੁਰੂ ਕੀਤਾ। ਬਟ ਤਾਂ ਵੀ ਇਹ ਆਪਣੇ ਕੋਲ ਇੱਕ ਸਕੇਲਰ ਕੁਆਂਟੀਟੀ ਆ। ਹੁਣ ਆਪਾਂ ਪਲੱਸ 1 'ਚ ਪੜ੍ਹ ਕੇ ਆਉਂਦਾ ਸੀਗਾ ਕਿ ਸਕੇਲਰ ਕੁਆਂਟੀਟੀਜ਼ ਕੀ ਹੁੰਦੀਆਂ ਨੇ ਜਿਨ੍ਹਾਂ ਦਾ ਸਿਰਫ ਮੈਗਨੀਟਿਊਡ ਹੁੰਦਾ ਬਟ ਡਾਇਰੈਕਸ਼ਨ ਨਹੀਂ ਹੁੰਦੀ। ਤੇ ਵੈਕਟਰਸ ਕੀ ਹੁੰਦੇ ਨੇ ਜਿਨ੍ਹਾਂ ਦਾ ਡਾਇਰੈਕਸ਼ਨ ਤੇ ਮੈਗਨੀਟਿਊਡ ਦੋਨੋਂ ਹੁੰਦੇ ਆ। ਬਟ ਹੁਣ ਆਪਾਂ ਇੱਥੇ ਕੀ ਕਹਿ ਰਹੇ ਹਾਂ ਕਿ ਇਲੈਕਟ੍ਰਿਕ ਕਰੰਟ ਦੀ ਡਾਇਰੈਕਸ਼ਨ ਹੁੰਦੀ ਹੈ ਬਟ ਤਾਂ ਵੀ ਇਹ ਕੀ ਇੱਕ ਸਕੇਲਰ ਕੁਆਂਟੀਟੀ ਆ। ਕਿਉਂ ਆ ਇਹਦਾ ਰੀਜ਼ਨ ਆਪਣੇ ਕੋਲ ਕੀ ਆ ਕਿ ਜਿਹੜਾ ਆਪਣੇ ਕੋਲ ਆਰਡੀਨਰੀ ਅਲਜਬਰਾ ਕਿ ਆਪਾਂ ਸਿੰਪਲੀ ਪਲੱਸ ਮਾਈਨਸ ਕਰਦੇ ਹਾਂ ਉਹਦੇ ਨਾਲ ਹੀ ਆਪਾਂ ਇਲੈਕਟ੍ਰਿਕ ਕਰੰਟ ਦੀ ਵੈਲਿਊ ਕੱਢ ਸਕਦੇ ਹਾਂ। ਮਤਲਬ Q1 ਪਲੱਸ Q2 ਪਲੱਸ Q3 ਆਪਾਂ ਨੂੰ ਕੋਈ ਵੀ ਵੈਕਟਰ ਅਲਜਬਰਾ ਲਗਾਉਣ ਦੀ ਲੋੜ ਨਹੀਂ ਪੈਂਦੀ। ਇਸੇ ਕਰਕੇ ਇੱਕ ਸਕੇਲਰ ਕੁਆਂਟੀਟੀ ਆ। ਤਾਂ ਨੈਕਸਟ ਆਪਣੇ ਕੋਲ ਯੂਨਿਟਸ ਕਰੰਟ ਦੀਆਂ ਯੂਨਿਟਸ ਆਪਣੇ ਕੋਲ ਕੀ ਨੇ ਕਿ ਆਈ ਨੂੰ ਆਪਾਂ ਕਰੰਟ ਨੂੰ ਮੈਜਰ ਕਰਦੇ ਹਾਂ ਐਂਪੀਅਰ ਦੇ ਵਿੱਚ, ਚਾਰਜ ਨੂੰ ਆਪਾਂ ਮੈਜਰ ਕਰਦੇ ਹਾਂ ਕੂਲਮ 'ਚ, ਟਾਈਮ ਨੂੰ ਮੈਜਰ ਕਰਦੇ ਹਾਂ ਆਪਾਂ ਸੈਕਿੰਡ 'ਚ। ਤਾਂ ਇੱਥੋਂ ਫਿਰ ਯੂਨਿਟਸ ਕੀ ਬਣ ਗਿਆ 1 ਕੂਲਮ ਪਰ ਸੈਕਿੰਡ। ਹੁਣ ਨੈਕਸਟ ਹੈ ਆਪਣੇ ਕੋਲ ਕੰਡਕਟਰ ਦੇ ਵਿੱਚ ਇਲੈਕਟ੍ਰਿਕ ਚਾਰਜ ਦਾ ਫਲੋ। ਤਾਂ ਹੁਣ ਜੇ ਆਪਾਂ ਐਟਮਸ ਤੇ ਮੋਲੀਕਿਊਲਸ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਅੰਦਰ ਨੈਗੇਟਿਵ ਚਾਰਜਡ ਇਲੈਕਟ੍ਰੋਨਸ ਕੀ ਨੇ ਪੋਜ਼ੀਟਿਵਲੀ ਚਾਰਜਡ ਨਿਊਕਲੀਆਈ ਦੇ ਨਾਲ ਬਾਉਂਡ। ਮਤਲਬ ਜੇ ਆਪਾਂ ਨਿਊਕਲੀਅਸ ਨੂੰ ਇਸ ਤਰ੍ਹਾਂ ਹੈਗਾ ਸ਼ੋਅ ਕਰਦੇ ਹਾਂ ਤਾਂ ਆਪਾਂ ਕਹਿੰਦੇ ਕਿ ਆਸੇ ਪਾਸੇ ਕੀ ਨੇ ਸਾਰੇ ਇਲੈਕਟ੍ਰੋਨਸ ਉਹਦੇ ਪਏ ਨੇ ਜਿਹੜੇ ਰਿਵੋਲਵ ਕਰਦੇ ਆ। ਤਾਂ ਇਸੇ ਤਰ੍ਹਾਂ ਕਿ ਉਹ ਹਮੇਸ਼ਾ ਹੀ ਫ੍ਰੀ ਨਹੀਂ ਹੁੰਦੇ। ਬਟ ਕੁਛ ਕੁ ਮਟੀਰੀਅਲਸ ਇੱਦਾਂ ਨੇ ਜਿਹੜੇ ਆਪਾਂ ਹੈਵੀ ਹੋਮ 'ਚ ਲੈ ਰਹੇ ਹਾਂ ਜਾਂ ਬਲਕ ਦੇ ਵਿੱਚ ਜ਼ਿਆਦਾ ਅਮਾਊਂਟ ਦੇ ਵਿੱਚ ਪਏ ਨੇ ਤਾਂ ਉਹਨਾਂ ਦੇ ਅੰਦਰ ਐਟਮਸ ਤੇ ਮੋਲੀਕਿਊਲਸ ਕੀ ਇੱਕ ਦੂਜੇ ਬਹੁਤ ਜ਼ਿਆਦਾ ਨੇੜੇ ਪਏ ਹੁੰਦੇ ਆ। ਅਤੇ ਇਸੇ ਕਰਕੇ ਕਿਸੇ ਵੀ ਇੱਕ ਨਿਊਕਲੀਆਈ ਦੇ ਨਾਲ ਤਾਂ ਉਹ ਕੀ ਫਿਕਸ ਅਮਾਊਂਟ ਦੇ ਵਿੱਚ ਨਹੀਂ ਰਹਿੰਦੇ। ਤਾਂ ਆਪਣੇ ਕੋਲ ਕੀ ਆ ਕਿ ਜਿਹੜੇ ਐਟਮਸ ਤੇ ਮੋਲੀਕਿਊਲਸ ਨੇ ਇੱਕ ਦੂਜੇ ਦੇ ਕਾਫੀ ਜ਼ਿਆਦਾ ਨੇੜੇ ਪਏ ਆ ਤਾਂ ਇਲੈਕਟ੍ਰੋਨਸ ਕੀ ਨੇ ਕਿਸੇ ਵੀ ਇੱਕ ਨਿਊਕਲੀਆਈ ਦੇ ਨਾਲ ਫਿਕਸ ਨਹੀਂ ਰਹਿੰਦੇ ਜ਼ਿਆਦਾ ਟਾਈਮ ਤੱਕ। ਤਾਂ ਇਸੇ ਕਰਕੇ ਇਹ ਮਟੀਰੀਅਲਸ ਆਪਣੇ ਕੋਲ ਕੀ ਹੁੰਦੇ ਨੇ ਕੰਡਕਟਰ। ਕਿਉਂਕਿ ਇਲੈਕਟ੍ਰੋਨਸ ਜੇ ਫਿਕਸ ਨਹੀਂ ਰਹਿ ਰਹੇ ਨਿਊਕਲੀਆਈ ਦੇ ਨਾਲ ਤਾਂ ਮਤਲਬ ਉਹ ਕੀ ਆ ਮੂਵ ਕਰਨਾ ਸ਼ੁਰੂ ਕਰ ਦਿੰਦੇ ਆ। ਤਾਂ ਹੁਣ ਇਸੇ ਕਰਕੇ ਕੀ ਆ ਜੇ ਆਪਾਂ ਦੋਨੋਂ ਐਂਡਸ ਦੇ ਅਕਰੋਸ ਜੇ ਹੁਣ ਆਪਾਂ ਕੰਡਕਟਰ ਦੀ ਗੱਲ ਕੀਤੀ ਤਾਂ ਕੰਡਕਟਰ ਕੀ ਇੱਕ ਮੈਟਲ ਆਪਣੇ ਕੋਲ ਹੋ ਸਕਦੀ ਕੋਈ ਵਾਇਰ ਆਪਾਂ ਲੈ ਕੇ ਚੱਲ ਰਹੇ ਹਾਂ ਤਾਂ ਉਹਦੇ ਦੋਨੋਂ ਐਂਡਸ ਦੇ ਅਕਰੋਸ ਜੇ ਆਪਾਂ ਇਲੈਕਟ੍ਰਿਕ ਫੀਲਡ ਨੂੰ ਅਪਲਾਈ ਕਰ ਦਈਏ ਤਾਂ ਇਲੈਕਟ੍ਰੋਨਸ ਨੇ ਕੀ ਕਰਨਾ ਮੂਵ ਕਰਨਾ ਸ਼ੁਰੂ ਕਰ ਦੇਣਾ ਕਿਉਂਕਿ ਉੱਥੇ ਇਲੈਕਟ੍ਰਿਕ ਫੀਲਡ ਸੈਟਅਪ ਹੋ ਗਈ ਸੀਗੀ। ਅਤੇ ਇਸੇ ਕਰਕੇ ਜਦੋਂ ਇਲੈਕਟ੍ਰੋਨਸ ਨੇ ਮੂਵ ਕਰਨਾ ਸ਼ੁਰੂ ਕੀਤਾ ਤਾਂ ਉਸ ਕੰਡਕਟਰ ਦੇ ਵਿੱਚ ਕੀ ਆ ਜਾਊਗਾ ਆਪਣੇ ਕੋਲ ਇਲੈਕਟ੍ਰਿਕ ਕਰੰਟ। ਤਾਂ ਕੰਡਕਟਰਸ ਇੱਦਾਂ ਦੇ ਮਟੀਰੀਅਲਸ ਹੁੰਦੇ ਨੇ ਜਿਹੜੇ ਇਲੈਕਟ੍ਰਿਕ ਕਰੰਟ ਨੂੰ ਡਿਵੈਲਪ ਕਰਦੇ ਨੇ ਆਪਣੇ ਅੰਦਰ। ਬਟ ਕਦੋਂ ਡਿਵੈਲਪ ਕਰਦੇ ਆ ਜਦੋਂ ਆਪਾਂ ਇਲੈਕਟ੍ਰਿਕ ਫੀਲਡ ਨੂੰ ਅਪਲਾਈ ਕਰਵਾਉਂਦੇ ਹਾਂ। ਹੁਣ ਇਸ ਤੋਂ ਨੈਕਸਟ ਆਪਣਾ ਟੌਪਿਕ ਹੈਗਾ ਡ੍ਰਿਫਟ ਵੈਲੋਸਿਟੀ। ਤਾਂ ਹੁਣ ਕਿਸੇ ਵੀ ਕੰਡਕਟਰ ਦੇ ਵਿੱਚ ਆਪਣੇ ਕੋਲ ਕੀ ਹੈ ਐਟਮ ਜਿਹੜੇ ਇੱਕ ਦੂਜੇ ਦੇ ਕਾਫੀ ਜ਼ਿਆਦਾ ਨੇੜੇ ਪਏ ਸੀ ਅਤੇ ਉਹ ਇੱਕ ਦੂਜੇ ਦੇ ਨਾਲ ਸਟਰੋਂਗਲੀ ਬਾਉਂਡ ਹੋਏ ਆ। ਤਾਂ ਹੁਣ ਵੈਲੈਂਸ ਇਲੈਕਟ੍ਰੋਨਸ ਜਿਹੜੇ ਇੱਦਾਂ ਦੇ ਐਟਮ ਦੇ ਆਪਣੇ ਕੋਲ ਵੈਲੈਂਸ ਇਲੈਕਟ੍ਰੋਨਸ ਤਾਂ ਤੁਹਾਨੂੰ ਪਤਾ ਕਿ ਕੀ ਹੁੰਦੇ ਨੇ ਆਪਣੇ ਕੋਲ ਜਿਹੜਾ ਆਊਟਰ ਮੋਸਟ ਸ਼ੈਲ ਹੁੰਦਾ ਉਹਦੇ ਵਿੱਚ ਕਿੰਨੇ ਇਲੈਕਟ੍ਰੋਨਸ ਨੇ।
ਤਾਂ ਹੁਣ ਆਪਾਂ ਕੰਡਕਟਰ ਦੀ ਗੱਲ ਕਰ ਰਹੇ ਹਾਂ ਤਾਂ ਕੰਡਕਟਰ ਦੇ ਅੰਦਰ ਜਿੰਨੇ ਐਟਮਸ ਨੇ ਉਹਨਾਂ ਦੇ ਵੈਲੈਂਸ ਇਲੈਕਟ੍ਰੋਨਸ ਕੀ ਕਰਦੇ ਨੇ, ਇੱਕ ਪਾਰਟਿਕੂਲਰ ਐਟਮ ਦੇ ਨਾਲ ਜ਼ਿਆਦਾ ਟਾਈਮ ਤੱਕ ਅਟੈਚ ਨਹੀਂ ਹੋ ਕੇ ਰਹਿੰਦੇ। ਤਾਂ ਇਸੇ ਕਰਕੇ ਕੀ ਨੇ, ਇਹ ਇਲੈਕਟ੍ਰੋਨਸ ਫ੍ਰੀ ਹੁੰਦੇ ਆ ਇੱਕ ਤੋਂ ਦੂਜੇ ਪੁਆਇੰਟ ਤੱਕ ਮੂਵ ਕਰਨ ਦੇ ਲਈ। ਤਾਂ ਹੁਣ ਆਪਾਂ ਕੀ ਕਹਿ ਰਹੇ ਹਾਂ ਕਿ ਜਿਹੜੇ ਇਲੈਕਟ੍ਰੋਨਸ ਨੇ ਫ੍ਰੀ ਪਏ ਆ ਮੂਵ ਕਰਨ ਦੇ ਲਈ ਥਰੂ ਦੀ ਲੈਟਿਸ ਆਫ ਪੋਜ਼ਿਟਿਵ ਆਇਨਸ। ਹੁਣ ਕੰਡਕਟਰ ਦੇ ਅੰਦਰ ਜਿੰਨੇ ਪੋਜ਼ਿਟਿਵ ਆਇਨਸ ਸੀ ਉਹਨਾਂ ਦੇ ਅੰਦਰ ਕੀ ਹੈ, ਮੂਵ ਕਰ ਦਿੰਦੇ ਆ। ਤਾਂ ਇਸੇ ਕਰਕੇ ਜਿਹੜੇ ਵੈਲੈਂਸ ਇਲੈਕਟ੍ਰੋਨਸ ਆ ਰਹੇ ਨੇ ਇਹਨਾਂ ਨੂੰ ਆਪਾਂ ਕੀ ਕਹਿੰਦੇ, ਫ੍ਰੀ ਇਲੈਕਟ੍ਰੋਨਸ ਜਾਂ ਕੰਡਕਸ਼ਨ ਇਲੈਕਟ੍ਰੋਨਸ, ਕਿਉਂਕਿ ਇਹੀ ਕੰਡਕਟ ਕਰ ਰਹੇ ਨੇ। ਤਾਂ ਇਹਨਾਂ ਕਰਕੇ ਹੀ ਆਪਣੇ ਕੋਲ ਕੀ ਹੈ, ਕੰਡਕਟਰ ਦੇ ਅੰਦਰ ਕਰੰਟ ਨੇ ਪਾਸ ਕਰਨਾ ਸ਼ੁਰੂ ਕੀਤਾ। ਤੇ ਇਸੇ ਕਰਕੇ ਆਪਾਂ ਇਹਨਾਂ ਇਲੈਕਟ੍ਰੋਨਸ ਨੂੰ ਕੀ ਨਾਮ ਦਿੰਦੇ ਆ, ਫ੍ਰੀ ਇਲੈਕਟ੍ਰੋਨਸ ਜਾਂ ਕੰਡਕਸ਼ਨ ਇਲੈਕਟ੍ਰੋਨਸ। ਤਾਂ ਜਿਹੜੇ ਫ੍ਰੀ ਇਲੈਕਟ੍ਰੋਨਸ ਸੀ ਕਿਸੇ ਵੀ ਕੰਡਕਟਰ ਦੇ ਵਿੱਚ ਹਮੇਸ਼ਾ ਹੀ ਰੈਂਡਮ ਮੋਸ਼ਨ ਦੇ ਵਿੱਚ ਰਹਿੰਦੇ ਆ, ਮਤਲਬ ਕੋਈ ਪਰਟੀਕੂਲਰ ਡਾਇਰੈਕਸ਼ਨ ਨਹੀਂ ਹੁੰਦੀ, ਜਿੱਧਰ ਨੂੰ ਨਾ ਦਿਲ ਕਰ ਰਿਹਾ ਉੱਧਰ ਨੂੰ ਮੂਵ ਕਰ ਰਿਹਾ, ਆਪ ਬਾਟਮ ਚਲ ਗਏ ਜਾਂ ਲੈਫਟ ਰਾਈਟ, ਜਿੱਧਰ ਨੂੰ ਵੀ ਨਾ ਦਿਲ ਕੀਤਾ, ਕੋਈ ਪਰਟੀਕੂਲਰ ਡਾਇਰੈਕਸ਼ਨ ਆਪਾਂ ਉਹਨਾਂ ਨੂੰ ਨਹੀਂ ਦਿੱਤੀ ਹੋਈ ਕਿ ਕਿੱਧਰ ਨੂੰ ਉਹਨਾਂ ਨੇ ਮੂਵ ਕਰਨਾ। ਤਾਂ ਇਸੇ ਕਰਕੇ ਜਿਹੜਾ ਇਹ ਰੈਂਡਮ ਮੋਸ਼ਨ ਆ ਰਿਹਾ ਸੀ ਫ੍ਰੀ ਇਲੈਕਟ੍ਰੋਨਸ ਦਾ, ਇਹ ਕਿੰਨਾ ਦੇ ਕਰਕੇ ਹੈ ਕਿ ਕੰਡਕਟਰ ਦੀ ਜਿਹੜੀ ਥਰਮਲ એનર્ਜੀ ਸੀ ਉਹਨਾਂ ਦੇ ਕਰਕੇ ਹੀ ਇਲੈਕਟ੍ਰੋਨਸ ਨੇ ਰੈਂਡਮ ਮੋਸ਼ਨ ਅਕਵਾਇਰ ਕੀਤਾ। ਤਾਂ ਇਸੇ ਕਰਕੇ ਜਿਹੜੀ ਫ੍ਰੀ ਇਲੈਕਟ੍ਰੋਨਸ ਦੀ ਵੈਲੋਸਿਟੀ ਸੀਗੀ ਥਰਮਲ એનર્ਜੀ ਦੇ ਕਰਕੇ, ਉਹਨੂੰ ਆਪਾਂ ਕੀ ਕਹਾਂਗੇ, ਥਰਮਲ ਵੈਲੋਸਿਟੀ। ਤੇ ਆਪਣੇ ਕੋਲ ਇਹਦੀ ਵੈਲਿਊ ਆਮ ਕਰਕੇ ਕੀ ਬਹੁਤ ਜ਼ਿਆਦਾ ਲਾਰਜ ਅਮਾਊਂਟ ਦੇ ਵਿੱਚ ਹੁੰਦੀ ਹੈ। ਹਾਂ ਨੈਕਸਟ ਆਪਣੇ ਕੋਲ ਕੀ ਹੈ, ਜੇ ਹੁਣ ਆਪਾਂ ਕੰਡਕਟਰ ਦੇ ਅੰਦਰ ਫ੍ਰੀ ਇਲੈਕਟ੍ਰੋਨਸ ਸਪੋਜ਼ ਕਰੀਏ ਕਿ ਕਾਫੀ ਜ਼ਿਆਦਾ ਅਮਾਊਂਟ ਦੇ ਵਿੱਚ ਨੰਬਰ ਆਫ ਫ੍ਰੀ ਇਲੈਕਟ੍ਰੋਨਸ ਨੇ, ਤਾਂ ਹੁਣ ਜੇ ਉਹਨਾਂ ਦਾ ਰੈਂਡਮ ਮੋਸ਼ਨ ਸੀਗਾ ਤਾਂ ਫ੍ਰੀ ਇਲੈਕਟ੍ਰੋਨਸ ਨੇ ਕੀ ਕਰਨਾ, ਲਗਾਤਾਰ ਪੋਜ਼ਿਟਿਵ ਆਇਨਸ ਦੇ ਨਾਲ ਕੋਲਿਜ਼ਨਸ ਕਰੀ ਜਾਣੀਆਂ, ਮਤਲਬ ਇੱਕ ਦੂਜੇ ਦੇ ਨਾਲ ਟਕਰਾਉਂਦੇ ਰਹਿੰਦੇ ਆ ਕੰਡਕਟਰ ਦੇ ਅੰਦਰ। ਤਾਂ ਇਸੇ ਕਰਕੇ ਜਦੋਂ ਪੋਜ਼ਿਟਿਵ ਤੇ ਨੈਗੇਟਿਵ ਆਇਨ ਆਪਸ ਦੇ ਵਿੱਚ ਲਗਾਤਾਰ ਸਟਰਾਈਕ ਕਰਨਗੇ, ਕੋਲਾਈਡ ਕਰਨਗੇ, ਤਾਂ ਆਪਣੇ ਕੋਲ ਕੀ ਹੋ ਜਾਊਗਾ, ਇਲੈਕਟ੍ਰੋਨਸ ਦਾ ਨੈਟ ਫਲੋ ਕਿਸੇ ਵੀ ਡਾਇਰੈਕਸ਼ਨ ਜ਼ੀਰੋ, ਕਿਉਂਕਿ ਉਹਨਾਂ ਨੇ ਇੱਕ ਦੂਜੇ ਦੇ ਇਫੈਕਟ ਨੂੰ ਕੈਂਸਲ ਕਰ ਦੇਣਾ। ਤਾਂ ਇਸੇ ਕਰਕੇ ਆਪਣੇ ਕੋਲ ਜੇ ਥਰਮਲ ਵੈਲੋਸਿਟੀ ਦੀ ਐਵਰੇਜ ਵੈਲਿਊ ਕੱਢਾਂਗੇ ਤਾਂ ਉਹਦੀ ਵੈਲਿਊ ਕਿੰਨੀ ਹੋ ਜਾਣੀ ਆ, 0। ਤਾਂ ਜੇ ਆਪਾਂ ਸਪੋਜ਼ ਨੈਕਸਟ ਕਰਦੇ ਕਿ U1 U2 U3 ਆਪਣੇ ਕੋਲ ਕੀ ਨੇ, ਰੈਂਡਮ ਥਰਮਲ ਵੈਲੋਸਿਟੀਜ਼ ਨੇ, ਕਿਉਂਕਿ ਕੰਡਕਟਰ ਦੇ ਅੰਦਰ n ਨੰਬਰ ਆਫ ਫ੍ਰੀ ਇਲੈਕਟ੍ਰੋਨ ਸੀ। ਤਾਂ ਹਰੇਕ ਇਲੈਕਟ੍ਰੋਨ ਦੇ ਲਈ ਆਪਣੇ ਕੋਲੇ ਥਰਮਲ ਵੈਲੋਸਿਟੀ ਦੀ ਵੈਲਿਊ ਕੀ ਆ, ਅਲੱਗ-ਅਲੱਗ ਹੋਊਗੀ, U1 U2 U3 ਅਪ ਟੂ n ਤੱਕ UN। ਹੁਣ ਆਪਾਂ ਕਿਹਾ ਸੀਗਾ ਕਿ ਐਵਰੇਜ ਥਰਮਲ ਵੈਲੋਸਿਟੀ ਦੀ ਵੈਲਿਊ 0 ਆ। ਹੁਣ ਜੇ ਆਪਾਂ ਕਿਸੇ ਵੀ ਨੰਬਰ ਦਾ ਐਵਰੇਜ ਕੱਢਦੇ ਹਾਂ ਤਾਂ ਉਹ ਆਪਾਂ ਕਿਵੇਂ ਕਰਦੇ ਹੁੰਦੇ ਆ ਕਿ ਜਿੰਨੇ ਵੀ ਨੰਬਰਸ ਦਿੱਤੇ ਹੋਏ ਆ ਆਪਾਂ ਉਹਨਾਂ ਨੂੰ ਪਲੱਸ ਕਰਦੇ ਆ ਤੇ ਡਿਨੋਮੀਨੇਟਰ 'ਚ ਡਿਵਾਈਡ ਕਿਹਦੇ ਨਾਲ ਕਰਦੇ ਹੁੰਦੇ ਆ, ਜਿੰਨੇ ਨੰਬਰ ਸੀ। ਹੁਣ ਆਪਣੇ ਕੋਲ ਸਭ ਦੀ ਥਰਮਲ ਵੈਲੋਸਿਟੀ ਕਿੰਨੀ ਸੀ, U1 U2 U3 ਅਪ ਟੂ UN, ਸਾਰਿਆਂ ਨੂੰ ਪਲੱਸ ਕਰਾਂਗੇ ਤੇ ਡਿਵਾਈਡ ਕਿੰਨੇ ਨਾਲ ਕਰਾਂਗੇ, n। ਕਿਉਂ n ਨਾਲ ਕੀਤਾ, ਕਿਉਂਕਿ ਆਪਣੇ ਕੋਲ ਕਿੰਨੇ ਸੀਗੇ, n ਨੰਬਰ ਆਫ ਫ੍ਰੀ ਇਲੈਕਟ੍ਰੋਨ ਸੀ ਤੇ ਥਰਮਲ ਵੈਲੋਸਿਟੀ ਦੀ ਵੈਲਿਊ ਕਿੰਨੀ ਸੀਗੀ, 0। ਤਾਂ ਇਹ ਇਕੁਏਸ਼ਨ ਕਿਹਦੇ ਇਕੁਅਲ ਹੋਗੀ, 0 ਦੇ। ਹਾਂ ਨੈਕਸਟ ਆਪਾਂ ਕੀ ਹੈ ਕਿ ਜਿਹੜਾ ਕੰਡਕਟਰ ਦਿੱਤਾ ਹੋਇਆ ਸੀ ਉਹਦਾ ਦੋਨੋਂ ਐਂਡਸ ਦੇ ਅਕ੍ਰੋਸ ਆਪਾਂ ਪੋਟੈਂਸ਼ੀਅਲ ਡਿਫਰੈਂਸ ਨੂੰ ਅਪਲਾਈ ਕਰਦੇ ਹਾਂ। ਤਾਂ ਹੁਣ ਇੱਕ ਐਂਡ ਆਪਣੇ ਕੋਲ ਕਿਹਦੇ ਨਾਲ ਕਨੈਕਟ ਹੋ ਜਾਊਗਾ, ਪੋਜ਼ਿਟਿਵ ਦੇ ਨਾਲ, ਇੱਕ ਐਂਡ ਹੋ ਜਾਊਗਾ ਕਨੈਕਟ ਨੈਗੇਟਿਵ ਦੇ ਨਾਲ। ਤਾਂ ਹੁਣ ਇਸੇ ਕਰਕੇ ਜਦੋਂ ਆਪਾਂ ਇਲੈਕਟ੍ਰਿਕ ਹੈਗਾ ਪੋਟੈਂਸ਼ੀਅਲ ਡਿਫਰੈਂਸ ਨੂੰ ਅਪਲਾਈ ਕਰਵਾ ਰਹੇ ਹਾਂ ਤਾਂ ਹੁਣ ਇਲੈਕਟ੍ਰਿਕ ਫੀਲਡ ਨੇ ਗਰੋ ਕਰਨਾ ਸ਼ੁਰੂ ਕਰ ਦੇਣਾ। ਤੇ ਜੇ ਹੁਣ ਆਪਾਂ ਸਪੋਜ਼ ਕਰੀਏ ਕਿ V ਆਪਣੇ ਕੋਲ ਕੀ ਆ ਪੋਟੈਂਸ਼ੀਅਲ ਡਿਫਰੈਂਸ ਤੇ ਕੰਡਕਟਰ ਦੀ ਲੈਂਥ ਆਪਣੇ ਕੋਲ ਕਿੰਨੀ ਆ, L, ਤਾਂ ਉੱਥੋਂ ਆਪਣੇ ਕੋਲ ਇਲੈਕਟ੍ਰਿਕ ਫੀਲਡ ਦੀ ਵੈਲਿਊ ਕਿੰਨੀ ਆ ਜਾਊਗੀ, V/L, ਜਿੰਨਾ ਪੋਟੈਂਸ਼ੀਅਲ ਡਿਫਰੈਂਸ ਗਰੋ ਹੋ ਰਿਹਾ ਸੀ ਪਰ ਯੂਨਿਟ ਲੈਂਥ। ਤਾਂ ਹੁਣ ਨੈਕਸਟ ਆ ਕੀ ਆ ਆਪਣੇ ਕੋਲ ਕਿ ਇਲੈਕਟ੍ਰਿਕ ਫੀਲਡ ਜਿਹੜੀ ਕੰਡਕਟਰ ਦੇ ਅੰਦਰ ਗਰੋ ਕਰ ਰਹੀ ਸੀ ਉਹਦੀ ਡਾਇਰੈਕਸ਼ਨ ਆਪਣੇ ਕੋਲ ਕਿਵੇਂ ਆ, ਪੋਜ਼ਿਟਿਵ ਐਂਡ ਤੋਂ ਨੈਗੇਟਿਵ ਐਂਡ ਵੱਲ। ਜਿਹੜੀ ਇਲੈਕਟ੍ਰਿਕ ਫੀਲਡ ਨੇ ਗਰੋ ਕੀਤਾ, ਕਦੋਂ ਗਰੋ ਕੀਤਾ, ਜਦੋਂ ਆਪਾਂ ਪੋਟੈਂਸ਼ੀਅਲ ਡਿਫਰੈਂਸ P ਅਪਲਾਈ ਕੀਤਾ ਸੀਗਾ ਦੋਨੋਂ ਐਂਡਸ ਦੇ ਅਕ੍ਰੋਸ। ਤਾਂ ਇਲੈਕਟ੍ਰਿਕ ਫੀਲਡ ਕਿੱਧਰ ਨੂੰ ਉਹਨੇ ਮੂਵ ਕਰਨਾ, ਮਤਲਬ ਕਿੱਧਰ ਨੂੰ ਗਰੋ ਕਰ ਰਹੀ ਹੈ, ਪੋਜ਼ਿਟਿਵ ਟੂ ਨੈਗੇਟਿਵ ਐਂਡ। ਤਾਂ ਹੁਣ ਇਸੇ ਕਰਕੇ ਕੀ ਹਰੇਕ ਇਲੈਕਟ੍ਰੋਨ ਦੇ ਉੱਪਰ ਜਿਹੜਾ ਚਾਰਜ ਆ ਉਹ ਕਿੰਨਾ ਹੁੰਦਾ ਆਪਣੇ ਕੋਲੇ, -E। ਤਾਂ ਫ੍ਰੀ ਇਲੈਕਟ੍ਰੋਨ ਜਿੰਨੇ ਵੀ ਕੰਡਕਟਰ ਦੇ ਅੰਦਰ ਪਏ ਨੇ ਹਰੇਕ ਨੇ ਕੀ ਕੋਈ ਨਾ ਕੋਈ ਫੋਰਸ ਐਗਜ਼ਰਟ ਕਰਨਾ, ਤਾਂ ਉੱਥੋਂ ਆਪਣੇ ਕੋਲੇ ਵੈਲਿਊ ਕਿੰਨੀ ਆ ਜਾਊਗੀ F ਦੀ, -E/E। ਤਾਂ ਹੁਣ ਆਪਣੇ ਕੋਲ ਕੀ ਆ, ਹੁਣ ਜਿਹੜਾ ਇਸ ਤਰ੍ਹਾਂ ਫੋਰਸ ਐਗਜ਼ਰਟ ਹੋਇਆ ਇਲੈਕਟ੍ਰੋਨਸ ਦੇ ਉੱਪਰ, ਇਹਨਾਂ ਦੀ ਡਾਇਰੈਕਸ਼ਨ ਕੀ ਆ, ਆਪੋਜ਼ਿਟ ਹੋਊਗੀ ਜਿੰਨੀ ਉੱਥੇ ਇਲੈਕਟ੍ਰਿਕ ਫੀਲਡ ਗਰੋ ਹੋ ਰਹੀ ਸੀ ਉਹਦੀ ਡਾਇਰੈਕਸ਼ਨ ਤੋਂ। ਮਤਲਬ ਜੇ ਇਲੈਕਟ੍ਰਿਕ ਫੀਲਡ ਪੋਜ਼ਿਟਿਵ ਟੂ ਨੈਗੇਟਿਵ ਆ ਰਹੀ ਸੀ ਤਾਂ ਜਿਹੜਾ ਫੋਰਸ ਐਗਜ਼ਰਟ ਹੋਇਆ ਇਲੈਕਟ੍ਰੋਨਸ ਦੇ ਉੱਪਰ ਉਹਨੇ ਕਿੱਧਰ ਨੂੰ ਲੱਗਣਾ ਹੈ, ਨੈਗੇਟਿਵ ਟੂ ਪੋਜ਼ਿਟਿਵ। ਬਟ ਆਪਣੇ ਕੋਲ ਕੀ ਸੀ, ਨਿਊਟਨ ਦੇ ਸੈਕਿੰਡ ਲਾਅ ਤੋਂ ਫੋਰਸ ਕਿਹਦੇ ਇਕੁਅਲ ਹੁੰਦਾ, ਮਾਸ ਇਨਟੂ ਐਕਸਲਰੇਸ਼ਨ। ਬਟ ਇੱਥੇ ਆਪਣੇ ਕੋਲੇ ਵੈਲਿਊ ਕਿਹਦੇ ਇਕੁਅਲ ਆ ਰਹੀ ਸੀ, -E/E। ਤਾਂ ਦੋਨਾਂ ਨੂੰ ਇਕੁਏਟ ਕਰ ਦਿਓ ਤਾਂ ਆਪਣੇ ਕੋਲੇ ਕੀ ਆ ਜਾਊਗਾ, ma = -E/E। ਤਾਂ ਐਕਸਲਰੇਸ਼ਨ ਦੀ ਵੈਲਿਊ ਕਿੰਨੀ ਆ ਗਈ, -E/E/m। ਹੁਣ ਕਿ ਜੇ ਇਲੈਕਟ੍ਰਿਕ ਫੀਲਡ ਜਿਹੜੀ ਅਪਲਾਈ ਕੀਤੀ ਹੋਈ ਸੀ ਹੁਣ ਉਹਦੇ ਇਫੈਕਟ ਦੇ ਅੰਡਰ ਫ੍ਰੀ ਇਲੈਕਟ੍ਰੋਨਸ ਨੇ ਕੀ ਕਰਨਾ ਹੈ, ਐਕਸਲਰੇਟ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਨੇ ਕੀ ਕਰਨਾ ਕਿ ਵੈਲੋਸਿਟੀ ਅਕਵਾਇਰ ਕਰਨੀ ਹੈ। ਤਾਂ ਜਿਹੜੀ ਵੈਲੋਸਿਟੀ ਅਕਵਾਇਰ ਹੋ ਰਹੀ ਆ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਤੋਂ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਉਹਨਾਂ ਨੇ ਅਕਵਾਇਰ ਕੀਤੀ ਆ। ਤੇ ਉਹਨਾਂ ਦੇ ਨਾਲ ਕੀ ਐਡੀਸ਼ਨ ਦੇ ਵਿੱਚ ਇੱਕ ਥਰਮਲ ਵੈਲੋਸਿਟੀ ਤਾਂ ਆਪਾਂ ਪਹਿਲਾਂ ਹੀ ਗੱਲ ਕਰਕੇ ਆਂਦੀ ਸੀਗੀ। ਥਰਮਲ ਵੈਲੋਸਿਟੀ ਦੇ ਨਾਲ ਇੱਕ ਹੋਰ ਵੈਲੋਸਿਟੀ ਕੰਪੋਨੈਂਟ ਅਕਵਾਇਰ ਕੀਤਾ ਤੇ ਉਹ ਕਿਹੜੀ ਡਾਇਰੈਕਸ਼ਨ 'ਚ ਐਕਟ ਕਰ ਰਿਹਾ ਹੈ, ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਤੋਂ ਆਪੋਜ਼ਿਟ। ਤਾਂ ਹੁਣ ਵੈਲੋਸਿਟੀ ਦੇ ਵਿੱਚ ਜਿੰਨਾ ਗੇਨ ਹੋ ਰਿਹਾ ਹਰੇਕ ਇਲੈਕਟ੍ਰੋਨ ਦੀ, ਤਾਂ ਕਦੋਂ ਗੇਨ ਹੋ ਰਿਹਾ ਸੀਗਾ, ਜਦੋਂ ਇਲੈਕਟ੍ਰਿਕ ਫੀਲਡ ਨੇ
ਉੱਥੇ ਗਰੋ ਕੀਤਾ ਤੇ ਬਟ ਕਿੰਨੇ ਟਾਈਮ ਲਈ ਗੇਨ ਕੀਤਾ, ਬਹੁਤ ਜ਼ਿਆਦਾ ਥੋੜੇ ਟਾਈਮ ਦੇ ਲਈ। ਹੁਣ ਇਸੇ ਕਰਕੇ ਆਪਣੇ ਕੋਲ ਕੀ ਹੈ, ਜਦੋਂ ਇਲੈਕਟ੍ਰੋਨ ਨੇ ਐਕਸਲਰੇਟ ਕਰਨਾ ਸ਼ੁਰੂ ਕਰਨਾ ਤਾਂ ਉਹਨਾਂ ਨੇ ਕੀ ਕਰਨਾ, ਸਕੈਟਰ ਔਰ ਡਿਫਲੈਕਟ ਹੋ ਜਾਣਾ, ਮਤਲਬ ਖਿਲਰਨਾ ਸ਼ੁਰੂ ਕਰ ਦਿੰਦੇ ਆਪਦੀ ਐਕਚੁਅਲ ਪੋਜੀਸ਼ਨ ਤੋਂ। ਤਾਂ ਉਹਨਾਂ ਦੇ ਅੰਦਰ ਕੀ ਫਿਰ ਕਲਿਜ਼ਨਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤਾਂ ਕਲਿਜ਼ਨਸ ਕਿੰਨਾਂ ਦੇ ਨਾਲ ਹੋਣਗੀਆਂ, ਪੋਜ਼ਿਟਿਵ ਆਇਨਸ ਦੇ ਨਾਲ, ਜਿਹੜੇ ਕੰਡਕਟਰ ਦੇ ਅੰਦਰ ਪ੍ਰੈਜ਼ੈਂਟ ਸੀ। ਤਾਂ ਇਸੇ ਕਰਕੇ ਇਲੈਕਟ੍ਰੋਨਸ ਨੇ ਕੀ ਕੀਤਾ, ਇੱਕ ਨਵੀਂ ਵੈਲੋਸਿਟੀ ਨਾਲ ਮੂਵ ਕਰਨਾ ਸ਼ੁਰੂ ਕੀਤਾ। ਤਾਂ ਉਹ ਆਪਣੇ ਕੋਲ ਕਿਹੜੀ ਹੋ ਜੂਗੀ, ਰੈਂਡਮ ਥਰਮਲ ਵੈਲੋਸਿਟੀ। ਤਾਂ ਉਹ ਘੱਟ ਤੋਂ ਘੱਟ ਟਾਈਮ ਫॉर ਵਿਚ ਆ ਫ੍ਰੀ ਇਲੈਕਟ੍ਰੋਨ ਐਕਸਲਰੇਟ, ਤਾਂ ਜਿਹਦੇ ਲਈ ਕਿਸੇ ਵੀ ਫ੍ਰੀ ਇਲੈਕਟ੍ਰੋਨ ਨੇ ਐਕਸਲਰੇਟ ਕਰਨਾ, ਕਿੰਨਾ ਟਾਈਮ ਐਕਸਲਰੇਟ ਕਰੂਗਾ, ਕਿਸੇ ਵੀ ਪੋਜ਼ਿਟਿਵ ਆਇਨ ਦੇ ਨਾਲ ਕੋਲਿਜ਼ਨ ਕਰਨ ਤੋਂ ਪਹਿਲਾਂ ਵਾਲਾ ਟਾਈਮ। ਤਾਂ ਉਹ ਆਪਣੇ ਕੋਲ ਕੀ ਹੋ ਜਾਊਗਾ, ਰਿਲੈਕਸੇਸ਼ਨ ਟਾਈਮ। ਤਾਂ ਹੁਣ ਆਪਾਂ ਕੀ ਸਪੋਜ਼ ਕਰਦੇ ਕਿ ਜੇ ਹੁਣ ਆਪਣੇ ਕੋਲ ਕੋਈ ਵੀ ਇਲੈਕਟ੍ਰੋਨ ਦਿੱਤਾ ਹੋਇਆ ਥਰਮਲ ਰੈਂਡਮ ਥਰਮਲ ਵੈਲੋਸਿਟੀ u ਮਾਨਣਾ, ਤੇ ਉਹ ਐਕਸਲਰੇਟ ਕਿੰਨੇ ਟਾਈਮ ਦੇ ਲਈ ਕਰ ਰਿਹਾ, t1 ਦੇ ਲਈ। ਤਾਂ ਉਹਦੀ ਵੈਲੋਸਿਟੀ ਕਿੰਨੀ ਆ, v1 ਇਜ਼ ਇਕੁਅਲ ਟੂ u1 ਪਲੱਸ a τ1। ਆਪਣੇ ਕੋਲ ਇਕੁਏਸ਼ਨ ਸੀਗੀ v ਇਜ਼ ਇਕੁਅਲ ਟੂ u ਪਲੱਸ at। ਤਾਂ v1 ਆਪਣੇ ਕੋਲ ਫਸਟ ਇਲੈਕਟ੍ਰੋਨ ਦੇ ਲਈ, u1 ਆਪਣੇ ਕੋਲ ਕੀ ਹੋ ਜੂਗੀ, ਐਵਰੇਜ ਥਰਮਲ ਵੈਲੋਸਿਟੀ। ਐਕਸਲਰੇਸ਼ਨ ਆਪਣੇ ਕੋਲ ਹੋ ਗਈ, ਟਾਈਮ ਨੂੰ ਆਪਾਂ ਕੀ ਰਿਲੈਕਸੇਸ਼ਨ ਟਾਈਮ ਲਿਆ, ਤਾਂ ਰਿਲੈਕਸੇਸ਼ਨ ਟਾਈਮ ਆਪਾਂ ਕੀ ਟਾਊ ਦੇ ਨਾਲ ਲਿਖ ਦਿੰਦੇ ਹਾਂ। ਤਾਂ ਇਸੇ ਕਰਕੇ ਨੈਕਸਟ ਇਲੈਕਟ੍ਰੋਨ ਜਿੰਨੇ ਪਏ ਨੇ ਉਹਨਾਂ ਨੇ ਵੈਲੋਸਿਟੀ ਵੀ ਕਿੰਨੀ ਅਕਵਾਇਰ ਕਰਨੀ ਹੈ, v2 v3 ਅਪ ਟੂ vn। ਹੁਣ ਨੈਕਸਟ ਕੀ ਆਪਣੇ ਕੋਲ ਡ੍ਰਿਫਟ ਵੈਲੋਸਿਟੀ ਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ ਕਿ ਐਵਰੇਜ ਵੈਲੋਸਿਟੀ ਹੋਊਗੀ ਜਿੰਨੀ ਫ੍ਰੀ ਇਲੈਕਟ੍ਰੋਨਸ ਨਾਲ ਅਕਵਾਇਰ ਕੀਤੀ ਹੋਈ ਆ, ਐਡ ਹੋਈ ਆ, ਐਸ ਦੀ ਐਵਰੇਜ ਵੈਲੋਸਿਟੀ ਵਿਦ ਵਿੱਚ ਫ੍ਰੀ ਇਲੈਕਟ੍ਰੋਨਸ ਇਨ ਅ ਕੰਡਕਟਰ। ਕਿ ਫ੍ਰੀ ਇਲੈਕਟ੍ਰੋਨਸ ਦੀ ਉਹ ਵਾਲੀ ਐਵਰੇਜ ਵੈਲੋਸਿਟੀ ਜਿਹਦੇ ਨਾਲ ਉਹਨਾਂ ਨੇ ਕਿਸੇ ਵੀ ਕੰਡਕਟਰ ਦੇ ਅੰਦਰ ਮੂਵ ਕਰਨਾ ਸ਼ੁਰੂ ਕੀਤਾ। ਬਟ ਕਦੋਂ ਮੂਵ ਕਰ ਰਿਹਾ, ਜਦੋਂ ਆਪਾਂ ਐਕਸਟਰਨਲ ਇਲੈਕਟ੍ਰਿਕ ਫੀਲਡ ਅਪਲਾਈ ਕੀਤੀ ਸੀਗੀ ਉਸ ਕੰਡਕਟਰ ਨੂੰ। ਤਾਂ ਉਹ ਆਪਣੇ ਕੋਲ ਕੀ ਹੁੰਦੀ ਹੈ, ਡ੍ਰਿਫਟ ਵੈਲੋਸਿਟੀ। ਡ੍ਰਿਫਟ ਵੈਲੋਸਿਟੀ ਨੂੰ ਆਪਾਂ ਲਿਖਣਾ ਹੈ v d ਦੇ ਨਾਲ। ਤਾਂ ਹੁਣ ਆਪਾਂ ਫਿਰ ਕੀ ਕਿਹਾ ਸੀਗਾ ਇੱਥੇ, ਐਵਰੇਜ ਵੈਲੋਸਿਟੀ ਆ, ਮਤਲਬ v1 ਪਲੱਸ v2 ਪਲੱਸ v3 ਅਪ ਟੂ vn ਅਪੋਨ n, ਕਿਉਂਕਿ ਐਵਰੇਜ ਵੈਲਿਊ ਕੱਢ ਰਹੇ ਹਾਂ। ਤਾਂ ਹੁਣ v1 v2 ਦੀਆਂ ਸਭ ਦੀਆਂ ਵੈਲਿਊਜ਼ ਪੁੱਟ ਕਰ ਦਿਓ ਇੱਥੇ। ਹੁਣ ਇਹਨਾਂ ਦੇ ਵਿੱਚ ਆਪਣੇ ਕੋਲ ਕੀ ਆ, u1 u2 u3। ਤਾਂ ਉਹ ਸਾਰਾ ਆਪਣੇ ਕੋਲ ਕਿਹਦੇ ਇਕੁਅਲ ਸੀਗਾ, ਜਿਹੜੀ ਆਪਾਂ ਪਹਿਲਾਂ ਇਕੁਏਸ਼ਨ ਡਰਾਈਵ ਕੀਤੀ ਸੀਗੀ, ਰੈਂਡਮ ਥਰਮਲ ਵੈਲੋਸਿਟੀ ਸੀਗੀ। ਤਾਂ ਹੁਣ ਆਪਾਂ ਉੱਥੋਂ ਵੈਲਿਊ ਕੱਢੀ ਸੀਗੀ ਐਵਰੇਜ ਥਰਮਲ ਵੈਲੋਸਿਟੀ ਦੀ। ਤਾਂ ਉਹ ਸਾਰਾ ਆਪਾਂ ਅਲੱਗ ਕਰ ਲਿਆ, u1 ਪਲੱਸ u2 ਪਲੱਸ u3 ਪਲੱਸ un ਅਪੋਨ n। ਫਿਰ ਆਪਣੇ ਕੋਲ ਇੱਥੇ ਕੀ ਕਾਮਨ ਆ ਰਿਹਾ ਸੀਗਾ, a ਸਾਰਿਆਂ ਦੇ ਵਿੱਚ ਕਾਮਨ ਸੀਗਾ। ਤਾਂ a ਨੂੰ ਵੀ ਆਪਾਂ ਕੀ ਆ ਕਾਮਨ ਕੱਢ ਕੇ ਲਿਖਿਆ। ਤਾਂ ਪਿੱਛੇ ਕੀ ਰਹਿ ਜਾਊਗਾ, τ1 ਪਲੱਸ τ2 ਪਲੱਸ τ3 ਪਲੱਸ τn ਅਪੋਨ n। ਹੁਣ ਆਪਣੇ ਕੋਲ ਕੀ ਸੀ, ਸਾਰੀ ਵੈਲਿਊ 0 ਦੇ ਇਕੁਅਲ ਸੀਗੀ, ਤਾਂ ਆਪਾਂ 0 ਦੇ ਇਕੁਅਲ ਲਿਖੀ। ਹੁਣ ਇੱਥੋਂ ਫਿਰ ਆਪਣੇ ਕੋਲ ਸਾਰਾ ਐਵਰੇਜ ਰਿਲੈਕਸੇਸ਼ਨ ਟਾਈਮ ਆ ਰਿਹਾ, ਤਾਂ ਆਪਾਂ ਉਹਨੂੰ ਕੀ ਲਿਖਾਂਗੇ, ਟਾਊ। ਤਾਂ ਇਕੁਏਸ਼ਨ ਕਿਹਦੇ ਇਕੁਅਲ ਹੋ ਗਈ, vd ਇਜ਼ ਇਕੁਅਲ ਟੂ a ਇੰਟੂ ਟਾਊ। ਬਟ ਐਕਸਲਰੇਸ਼ਨ ਕਿਹਦੇ ਇਕੁਅਲ ਸੀ, ਜਿਹੜੀ ਆਪਾਂ ਪ੍ਰੂਵ ਕਰਕੇ ਆਂਦੀ ਸੀਗੀ ਵੈਲਿਊ, ਮਾਈਨਸ e ਅਪੋਨ m। ਤਾਂ ਉਹੀ ਵੈਲਿਊ ਆਪਾਂ ਇੱਥੇ ਪੁੱਟ ਕਰਤੀ। ਤੇ ਇਹ ਇਕੁਏਸ਼ਨ ਆਪਣੇ ਕੋਲ ਕਿਹਦੇ ਲਈ ਆ ਜੂਗੀ, ਡ੍ਰਿਫਟ ਵੈਲੋਸਿਟੀ ਦੇ ਲਈ। ਨੈਕਸਟ ਹੈ ਆਪਣੇ ਕੋਲ ਰਿਲੇਸ਼ਨ ਫਾਈਂਡ ਕਰਨਾ ਡ੍ਰਿਫਟ ਵੈਲੋਸਿਟੀ ਤੇ ਇਲੈਕਟ੍ਰਿਕ ਕਰੰਟ ਦੇ ਵਿੱਚ। ਤਾਂ ਹੁਣ ਆਪਣੇ ਕੋਲ ਕੀ ਹੈ ਕਿ ਕੋਈ ਵੀ ਕੰਡਕਟਰ ਦਿੱਤਾ ਹੋਇਆ, ਕੰਡਕਟਰ ਦੀ ਲੈਂਥ ਆਪਣੇ ਕੋਲ ਕਿੰਨੀ ਆ l, ਉਹਦਾ ਕ੍ਰਾਸ ਸੈਕਸ਼ਨਲ ਏਰੀਆ ਕਿੰਨਾ a, ਪੋਟੈਂਸ਼ੀਅਲ ਡਿਫਰੈਂਸ ਆਪਾਂ ਅਪਲਾਈ ਕੀਤਾ ਹੋਇਆ ਕੰਡਕਟਰ ਦੇ ਦੋਨੋਂ ਐਂਡਸ ਦੇ ਅਕ੍ਰਾਸ। ਤਾਂ ਇਲੈਕਟ੍ਰਿਕ ਫੀਲਡ ਕਿੱਧਰ ਨੂੰ ਹੈਗੀ, ਗਰੋ ਕਰ ਰਹੀ ਆ, ਪੋਜ਼ਿਟਿਵ ਟੂ ਨੈਗੇਟਿਵ ਐਂਡ। ਤਾਂ ਹੁਣ ਇਹਨਾਂ ਦੇ ਵਿੱਚ ਆਪਣੇ ਕੋਲ ਕੀ ਆ, ਤਾਂ ਜੇ ਹੁਣ ਆਪਾਂ ਵੋਲਿਊਮ ਫਾਈਂਡ ਕਰਨਾ, ਵੋਲਿਊਮ ਆਪਣੇ ਕੋਲ ਕਿਹਦੇ ਇਕੁਅਲ ਹੁੰਦਾ ਹੈ, ਲੈਂਥ ਇੰਟੂ ਬ੍ਰੈਥ ਇੰਟੂ ਹਾਈਟ। ਬਟ ਲੈਂਥ ਇੰਟੂ ਬ੍ਰੈਥ ਕਿਹਦੇ ਇਕੁਅਲ ਹੋ ਗਿਆ, ਏਰੀਆ ਇੰਟੂ ਹਾਈਟ। ਹਾਈਟ ਵੀ ਆਪਾਂ ਕੀ ਹੈ ਲੈਂਥ ਦੀ ਫੋਰਮ ਦੇ ਵਿੱਚ ਲਿਖ ਸਕਦੇ ਹਾਂ, a ਇੰਟੂ l। ਤਾਂ ਵੋਲਿਊਮ ਕਿੰਨਾ ਹੋ ਗਿਆ, a ਇੰਟੂ l। ਬਟ ਹੁਣ ਆਪਣੇ ਕੋਲ ਕੀ ਆ ਕਿ ਕੰਡਕਟਰ ਦੇ ਅੰਦਰ n ਨੰਬਰ ਆਫ ਫ੍ਰੀ ਇਲੈਕਟ੍ਰੋਨਸ ਪਏ ਨੇ ਪਰ ਯੂਨਿਟ ਵੋਲਿਊਮ। ਤਾਂ ਹੁਣ ਇਸੇ ਕਰਕੇ ਆਪਣੇ ਕੋਲ ਨੰਬਰ ਆਫ ਫ੍ਰੀ ਇਲੈਕਟ੍ਰੋਨਸ ਕਿੰਨੇ ਹੋ ਜਾਣਗੇ, n ਇੰਟੂ a ਇੰਟੂ l, ਕਿਉਂਕਿ a l ਆਪਣੇ ਕੋਲ ਕੀ ਸੀਗਾ, ਵੋਲਿਊਮ। ਬਟ ਆਪਾਂ ਕੀ ਹਾਂ ਹੁਣ ਨੰਬਰ ਆਫ ਫ੍ਰੀ ਇਲੈਕਟ੍ਰੋਨਸ ਫਾਈਂਡ ਕੀਤੇ ਪਰ ਯੂਨਿਟ ਵੋਲਿਊਮ ਤੋਂ, ਕਿੰਨੇ ਸੀਗੇ n। ਤਾਂ ਟੋਟਲ ਨੰਬਰ ਆਫ ਫ੍ਰੀ ਇਲੈਕਟ੍ਰੋਨਸ ਕਿੰਨੇ ਹੋ ਗਏ, n a l। ਤਾਂ ਹੁਣ ਇਲੈਕਟ੍ਰੋਨਸ ਦੀ ਆਪਾਂ ਗੱਲ ਕਰ ਰਹੇ ਹਾਂ, ਇਲੈਕਟ੍ਰੋਨਸ ਦੇ ਉੱਪਰ ਕਿੰਨਾ ਚਾਰਜ e ਆ। ਤਾਂ ਟੋਟਲ ਚਾਰਜ ਕਿੰਨਾ ਹੋ ਜਾਊਗਾ ਫ੍ਰੀ ਇਲੈਕਟ੍ਰੋਨਸ ਦੇ ਉੱਪਰ, n ਨੰਬਰ ਦੇ ਨਾਲ ਆਪਾਂ ਮਲਟੀਪਲਾਈ ਕਰਾਂਗੇ। ਤੇ ਕਿੰਨਾ ਚਾਰਜ ਸੀਗਾ ਉੱਥੇ, e, a ਕੀ ਸੀਗਾ ਕ੍ਰਾਸ ਸੈਕਸ਼ਨਲ ਏਰੀਆ, ਤੇ l ਸੀਗੀ ਲੈਂਥ। ਤਾਂ ਜਦੋਂ ਆਪਾਂ ਬੈਟਰੀ ਨੂੰ ਕਨੈਕਟ ਕੀਤਾ ਦੋਨੋਂ ਐਂਡਸ ਦੇ ਅਕ੍ਰਾਸ, ਤਾਂ ਇਲੈਕਟ੍ਰਿਕ ਫੀਲਡ ਨੇ ਗਰੋ ਕਰਨਾ ਸ਼ੁਰੂ ਕੀਤਾ ਦੋਨੋਂ ਐਂਡਸ ਦੇ ਅਕ੍ਰਾਸ। ਤਾਂ ਹੁਣ ਇਹਦੇ ਕਰਕੇ ਹੀ ਜਿਹੜੇ ਇਲੈਕਟ੍ਰੋਨ ਸੀਗੇ ਉਹਨਾਂ ਨੇ ਕੀ ਕੀਤਾ, ਡ੍ਰਿਫਟ ਕਰਨਾ ਸ਼ੁਰੂ ਕੀਤਾ, ਮਤਲਬ ਮੂਵ ਕਰਨਾ ਸ਼ੁਰੂ ਕੀਤਾ। ਕਿੱਧਰ ਮੂਵ ਕਰਨ ਲੱਗ ਗਏ, ਉਹ ਪੋਜ਼ਿਟਿਵ ਐਂਡ ਦੇ ਵੱਲ। ਤਾਂ ਹੁਣ ਇਸੇ ਕਰਕੇ ਆਪਾਂ ਜੇ ਵੈਲੋਸਿਟੀ ਨੂੰ ਲਿਖੀਏ, ਤਾਂ ਵੈਲੋਸਿਟੀ ਕਿਹਦੇ ਇਕੁਅਲ ਹੁੰਦੀ ਹੈ, ਆਪਣੇ ਕੋਲ ਡਿਸਪਲੇਸਮੈਂਟ ਅਪੋਨ ਟਾਈਮ। ਡਿਸਪਲੇਸਮੈਂਟ ਵੀ ਆਪਣੇ ਕੋਲ ਇੱਕ ਲੈਂਥ ਦੀ ਫਾਰਮ ਆ, ਤੇ ਟਾਈਮ ਨੂੰ ਆਪਾਂ ਟੀ 'ਚ ਮੈਜ਼ਰ ਕਰਦੇ ਹਾਂ। ਤਾਂ ਇਸੇ ਕਰਕੇ ਆਪਣੇ ਕੋਲ ਟੀ ਕਿਹਦੇ ਇਕੁਅਲ ਹੋ ਗਈ, l ਅਪੋਨ vd। ਬਟ ਜਦੋਂ ਆਪਾਂ ਕਰੰਟ ਡਿਫਾਈਨ ਕਰਨਾ, ਤਾਂ ਕਰੰਟ ਕਿਹਦੇ ਇਕੁਅਲ ਹੁੰਦਾ ਹੈ, ਚਾਰਜ ਪਰ ਯੂਨਿਟ ਟਾਈਮ, ਮਤਲਬ q ਅਪੋਨ t। ਤਾਂ ਹੁਣ ਇਹਦੇ ਵਿੱਚ ਆਪਾਂ ਵੈਲਿਊਜ਼ ਪੁੱਟ ਕਰ ਦਿਓ, q ਦੀ ਵੈਲਿਊ ਕਿੰਨੀ ਸੀਗੀ, n a l e, t ਦੀ ਵੈਲਿਊ ਕਿੰਨੀ ਸੀਗੀ, l ਅਪੋਨ vd। ਤਾਂ l ਦੇ ਨਾਲ l ਕੱਟ ਹੋ ਗਿਆ, ਤਾਂ ਇਕੁਏਸ਼ਨ ਕਿੰਨੀ ਰਹਿ ਗਈ, n a
VD इंटू E। नैक्सट है अपने को इलैक्ट्रॉन मोबिलिटी। तो इलैक्ट्रॉन फ्री इलैक्ट्रॉन्स की मोबिलिटी किसी भी कंडक्टर के अंदर आप किमें डिफाइन करते हैं कि ड्रिफ्ट वेलोसिटी पर यूनिट स्ट्रेंथ ऑफ इलैक्ट्रिक फील्ड, ड्रिफ्ट वेलोसिटी पर यूनिट जिन्नी आप इलैक्ट्रिक फील्ड अप्लाई की हुई सी किन्नी उत्थे ग्रो हो रही है, तो वो आप किमें लिखांगे रिप्रजेंट करनी म्यू के नाल। इस करके म्यू किहदे इक्वल हो गया VD अपॉन E। तो हुण VD किहदे इक्वल सीगा E अपॉन M इंटू टाउ, जिहड़ा आपां पिछले आर्टिकल च प्रूव किया सी। तो VD की वैल्यू आप पुट करांगे तो E ना E कट हो गया, तो इक्वेशन कितनी आ गई E टाउ अपॉन M। तो हाँ नैक्सट अपने को की सी फिर इक्वेशन के VD हुण जी अपने को I की वैल्यू आप की सी NaVDE, I की वैल्यू पिछले आर्टिकल प्रूव की सी। तो हुण उत्थे आप वैल्यू पुट करांगे VD की, तो इक्वेशन किहदे इक्वल हो जाऊगा NaµE इंटू E। फिर नैक्सट अपना है इलैक्ट्रिक करंट एंड करंट डेंसिटी। हम आप जो सपोज करिए कि किसी भी कंडक्टर के अंदर आई करंट फ्लो कर रहा, तो उस कंडक्टर का क्रॉस सैक्शनल एरिया अपने को कितना है E। तो कंडक्टर के जो करंट पास कर रहा उन्होंने आप वैक्टर क्वांटिटी जे के रिप्रजेंट करना, तो वो जे अपने को की होंगी है करंट डेंसिटी। पहला आप करंट डिनोट करते थे आई के नाल। तो हम आप सपोज करिए कि कंडक्टर के अंदर इलैक्ट्रिक फील्ड E ग्रो हो रही है, यूनीफॉर्म अपने को इलैक्ट्रिक फील्ड, तो करंट डेंसिटी कि इक्वल आ जाऊगी जे वैक्टर इज इक्वल टू जे E वैक्टर अपॉन E। तो करंट किसी भी कंडक्टर के अंदर जो पास कर रहा है तो वो क्या वो क्रॉस सैक्शनल एरियाज के उपर यूनीफॉर्म रहूगा, वध घट नहीं होगा। तो इस करके करंट अपने को किमें आ जाऊगा I इज इक्वल टू जे इंटू E। तो ए अपने को की एरिया वैक्टर आ जोड़ा क्रॉस सैक्शनल एरिया रिप्रजेंट कर रहा कंडक्टर का। तो जे हम आप है कि किसी भी कंडक्टर के अंदर देख रहे हैं कि जो करंट पास कर रहा वो यूनीफॉर्म नहीं रह रहा, नॉट यूनीफॉर्म आ, तो अपने को स्मॉल एरिया भी कितना आऊगा DA। तो DI की वैल्यू कितनी हो जाएगी जे इंटू DA। हुण आपां की है जो टोटल वैल्यू फाइंड करनी करंट की, तो आपां नूं की है इंटीग्रेट करना पऊगा जे डॉट DA। तो इंटीग्रेशन की तो I की वैल्यू आ जाऊगी। तो जो आप सपोज करते हैं कि जी करंट डेंसिटी जे सी क्रॉस सैक्शनल एरिया के नॉर्मल सी, तो अपने को वैल्यू फिर कितनी हो जाएगी I इज इक्वल टू जे E। जो पैरलल रह रहे हैं तो थीटा की वैल्यू होगी 0, डॉट प्रोडक्ट तो कॉस थीटा का कॉस 0, कॉस 0 कितना हो गया 1। तो हम वैल्यू पुट करो I की वैल्यू की इक्वल सी NaVDE। तो हम सारिया वैल्यूज़ पुट करन तो बाद फिर अपने को कितना रिलेशन हो जाऊगा, जे आप इस इक्वेशन को देखिए I इज इक्वल टू जे ए, जे कि इक्वल हो गया I अपॉन A। तो I की वैल्यू सारी पुट करनी है अपॉन E, तो ए कैंसल हो जाऊगा। तो इक्वेशन कितनी होगी जे आप ड्रिफ्ट वेलोसिटी फॉर्म के देखा तो 1.09 इक्वेशन देखनी आप, तो वो अपने को कि NaVDE। तो NaVDE सी तो वो वैल्यूज़ आप पुट करनी, तो उतों कैंसल आउट करके नैट रिजल्ट बन जूगा। तो इस तरह नैक्सट इक्वेशन 1.10 तो 1.18, तो 1.18 कि जे इज इक्वल टू I अपॉन E। थैंक यू।